ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਇਹ ਪਵਿੱਤਰ ਧਰਤੀ ਜਿੱਥੇ ਤਖਤ ਸ਼੍ਰੀ ਦਮਦਮਾ ਸਾਹਿਬ ਸਤਿਗੁਰੂ ਜੀ ਨੇ ਬਖਸ਼ਿਸ਼ ਸਾਨੂੰ ਕੀਤਾ, ਉੱਥੇ ਸਤਿਗੁਰਾਂ ਦੀ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਗਰਲਜ਼ ਕਾਲਜ ਦਾ ਅੱਜ ਨਵੇਂ ਤੌਰ ਦੇ ਉੱਤੇ ਜਿਹੜਾ ਸੈਸ਼ਨ ਹੈ ਸਟਾਰਟ ਹੋਇਆ 22-23 ਦਾ, ਤੇ ਉਹ ਸ਼ੁਰੂਆਤ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨੀ ਜਥਿਆਂ ਵੱਲੋਂ ਕੀਰਤਨ ਕਰਕੇ ਅੱਜ ਦੇ ਇਸ ਜਿਹੜਾ ਸਮਾਗਮ ਹੈ ਉਹਨੂੰ ਹੋਰ ਚਾਰ ਚੰਨ ਲਾਏ। ਔਰ ਸਾਡਾ ਸਿੱਖ ਪੰਥ ਦਾ ਮਹਾਨ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਉਹਨਾਂ ਨੇ ਆਪਣੇ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਬੱਚਿਆਂ ਨੂੰ ਅਸ਼ੀਰਵਾਦ ਵੀ ਦਿੱਤਾ। ਔਰ ਸਾਡੇ ਬਹੁਤ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਾਹਿਬਾਨ, ਸਰਦਾਰ ਸਿਕੰਦਰ ਸਿੰਘ ਜੀ ਮਲੂਕਾ ਸਾਡੇ ਸੀਨੀਅਰ ਅਕਾਲੀ ਆਗੂ, ਤੇ ਹੋਰ ਸਾਡੇ ਸਾਰੇ ਸਰਕਲ ਜਥੇਦਾਰ ਚੇਚੇ ਤੌਰ 'ਤੇ ਅੱਜ ਸਾਰੇ ਸ਼ਾਮਲ ਹੋਏ। ਇਹ ਮੈਂ ਸਮਝਦਾ ਖਾਲਸਾਈ ਪੁਰਾਤਨ ਸਮੇਂ ਦੇ ਵਿੱਚ ਇਵੇਂ ਹੀ ਚੱਲਦਾ ਸੀ ਕਿ ਖਾਲਸਾਈ ਸਕੂਲਾਂ ਕਾਲਜਾਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਸੁਸ਼ੋਭਿਤ ਹੁੰਦੇ ਸੀ। ਆਪ ਸਵੇਰੇ 5 ਪੌੜੀਆਂ ਦਾ ਪਾਠ ਕਰਕੇ ਅਰਦਾਸ ਕਰਕੇ ਫਿਰ ਕਲਾਸਾਂ ਨੂੰ ਜਾਂਦੇ ਸੀ। ਪਰ ਇਹਨੇ ਅੱਜ ਚੰਗੀ ਸ਼ੁਰੂਆਤ ਕੀਤੀ ਆ ਔਰ ਮੈਨੂੰ ਅਤਿਅੰਤ ਪ੍ਰਸੰਨਤਾ ਵੀ ਆ ਕਿ ਪਿਛਲੇ ਸਾਲ ਆਪਾਂ ਇਹ ਇੱਕ ਸਕੀਮ ਸ਼ੁਰੂ ਕੀਤੀ ਸੀ। ਉਸ ਸਕੀਮ ਤਹਿਤ 200 ਬੱਚੇ ਜਿਨ੍ਹਾਂ ਨੂੰ ਫਰੀ ਐਜੂਕੇਸ਼ਨ, ਫਰੀ ਲੌਜਿੰਗ, ਬੋਰਡਿੰਗ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਸੀ। ਉਹਦੇ ਵਿੱਚ ਸਾਡੇ ਕੋਲ 171 ਬੱਚੇ ਜਿਹੜੇ ਬੀਬੀਆਂ ਉਹ ਅੱਜ ਇੱਥੇ ਐਜੂਕੇਸ਼ਨ ਲੈ ਰਹੀਆਂ। ਜਿੱਥੇ ਐਜੂਕੇਸ਼ਨ ਲੈ ਰਹੀਆਂ ਉੱਥੇ ਨਾਲ ਦੀ ਨਾਲ ਚਾਹੇ ਗੱਤਕੇ ਦੀ ਮਹਾਰਤ, ਚਾਹੇ ਤਾਂਤੀ ਰਾਗਾਂ ਦੇ ਵਿੱਚ ਸਾਜ਼ਾਂ 'ਚ ਕੀਰਤਨ ਕਰਨਾ, ਚਾਹੇ ਢੱਡਾਂ ਦੇ ਉੱਤੇ ਢਾਡੀ ਵਾਰਾਂ ਗਾਉਣੀਆਂ, ਉਹ ਮੈਂ ਸਮਝਦਾ ਇੱਕ ਵੱਡੀ ਉਪਲਬਧੀ ਜਿਹੜੀ ਇਸ ਕਾਲਜ ਦੀ ਆ। ਉਹ ਮੈਂ ਮੁਬਾਰਕਬਾਦ ਦਿੰਦਾ ਪ੍ਰਿੰਸੀਪਲ ਸਾਹਿਬ ਨੂੰ। ਔਰ ਇਸੇ ਤਰਜ਼ 'ਤੇ ਅਸੀਂ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਉਸ ਪਵਿੱਤਰ ਧਰਤੀ 'ਤੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਿੱਚ ਵੀ ਅਸੀਂ ਯਤਨ ਕੀਤਾ ਪਿਆ ਇਸ ਸਾਲ 'ਚੋਂ 200 ਬੱਚੀਆਂ ਜਿਹੜੀਆਂ ਉਹਨਾਂ ਨੂੰ ਇਸੇ ਤਰਜ਼ 'ਤੇ ਫਰੀ ਐਜੂਕੇਸ਼ਨ ਦਿੱਤੀ ਜਾਊਗੀ, ਪਰ ਸ਼ਰਤ ਕਿ ਅੰਮ੍ਰਿਤਧਾਰੀ ਹੋਣ। ਇੱਥੇ ਵੀ ਤਕਰੀਬਨ ਹੁਣ ਸਾਡੇ 80 ਹੋਰ ਜਿਹੜੀਆਂ ਬੱਚੀਆਂ, ਤਕਰੀਬਨ 250 ਬੱਚੇ ਜਿਹੜੇ ਆ ਉਹ ਇੱਥੇ ਆ ਕੇ ਇਹ ਸਿੱਖਿਆ ਪ੍ਰਾਪਤ ਕਰਨਗੇ। ਔਰ ਦੂਸਰਾ ਜਿਹੜਾ ਮੈਂ ਸਮਝਦਾ ਕਿ ਜੰਮੂ ਕਸ਼ਮੀਰ ਦੇ ਵਿੱਚ ਬੱਚੀਆਂ ਉਹ ਸਾਡੀਆਂ ਸਿੱਖਿਆ ਤੋਂ ਸੱਖਣੀਆਂ ਰਹਿ ਜਾਂਦੀਆਂ ਸੀ, ਕਿਉਂਕਿ ਉੱਥੇ ਪ੍ਰਬੰਧ ਦੇ ਵਿੱਚ ਬਹੁਤ ਵੱਡੀਆਂ ਢਲਿਆਈਆਂ ਆ। ਮੈਂ ਉਧਰ ਨੂੰ ਨਹੀਂ ਜਾਣਾ ਚਾਹੁੰਦਾ। ਪਹਿਲਾਂ ਸਾਡੇ ਕੋਲ ਇੰਜੀਨੀਅਰਿੰਗ ਕਾਲਜ ਵਿੱਚ ਵੀ ਬੱਚੇ ਬਹੁਤ ਪੜ੍ਹ ਕੇ ਗਏ, ਬੀਟੈਕ ਕਰਕੇ ਗਏ, ਐਮਟੈਕ ਕਰਕੇ ਗਏ, ਤੇ ਹੁਣ ਇੱਥੇ ਵੀ ਜ਼ਿਆਦਾ ਤਾਦਾਦ ਜਿਹੜੀ ਉਹਨਾਂ ਬੱਚੀਆਂ ਦੀ ਆ। ਤੇ ਅਸੀਂ ਅੱਗੇ ਵੀ ਜਿਹੜੇ 200 ਬੱਚੇ ਭਰਤੀ ਕਰਨੇ ਆ ਉਹਨਾਂ ਦੇ ਵਿੱਚ ਵੀ ਇਸ ਜੰਮੂ ਕਸ਼ਮੀਰ ਦਾ ਤੇ ਬਾਹਰਲੀਆਂ ਸਟੇਟਾਂ ਤੋਂ ਵੀ ਜਾਂ ਇੱਥੇ ਦੇ ਵੀ ਬੱਚੇ ਆ, ਉਹਨਾਂ ਨੂੰ ਅਸੀਂ ਪ੍ਰੋਤਸਾਹਿਤ ਕਰਦੇ ਹਾਂ। ਦੂਸਰਾ ਇੱਕ ਬਹੁਤ ਵੱਡਾ ਲੰਬੇ ਸਮੇਂ ਦਾ ਜਿਹੜਾ ਸਾਡਾ ਕਾਰਜ ਇੱਕ ਸਿੱਖ ਪੰਥ ਨਾਲ ਸੰਬੰਧਿਤ ਆ ਕਿ ਸਾਡੇ ਜੁਝਾਰੂ ਸਿੱਖ ਵੀਰ ਤਕਰੀਬਨ ਕੋਈ 35 ਸਾਲ, 30 ਸਾਲ, 25 ਸਾਲ ਹੋ ਗਏ, 27 ਸਾਲ ਹੋ ਗਏ, ਔਰ ਉਹਨਾਂ ਦੀ ਜਿਹੜੀ ਰਿਹਾਈ 550ਵਾਂ ਸਤਿਗੁਰੂ ਜੀ ਦਾ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਪ੍ਰਕਾਸ਼ ਦਿਹਾੜੇ 'ਤੇ ਸੈਂਟਰ ਦੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਅਸੀਂ ਰਿਲੈਕਸੇਸ਼ਨ ਦੇ ਕੇ ਇਹਨਾਂ ਨੂੰ ਰਿਹਾ ਕਰਾਂਗੇ। ਮੈਂ ਸੈਂਟਰ ਦੀ ਸਰਕਾਰ ਤੋਂ ਮੰਗ ਕਰਦਾ ਕਿ ਭਾਈ ਬਲਵੀਰ ਸਿੰਘ, ਭਾਈ ਰਾਜੋਆਣਾ ਸਾਹਿਬ, ਉਹਨਾਂ ਦੇ ਨਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ, ਹਵਾਰਾ ਸਾਹਿਬ, ਹੋਰ ਵੀ ਅਨੇਕਾਂ ਹੀ ਬਹੁਤ ਸਾਰੇ ਜਿਹੜੇ ਸਿੱਖ ਆ ਉਹ ਜੇਲ੍ਹਾਂ ਦੇ ਵਿੱਚ ਬੈਠੇ ਆ, ਉਹਨਾਂ ਨੂੰ ਸੈਂਟਰ ਦੀ ਸਰਕਾਰ ਤੁਰੰਤ ਰਿਹਾ ਕਰੇ। ਤੇ ਮੈਂ ਇੱਕ ਚੇਚੇ ਤੌਰ ਦੇ ਉੱਤੇ ਦਿੱਲੀ ਸਰਕਾਰ ਨੂੰ ਵੀ ਕੋਸਦਾ ਕਿ ਜੇ ਸਰਕਾਰ ਨੇ ਮਖੌਟਾ ਤਾਂ ਪੰਜਾਬ ਦੀ ਧਰਤੀ 'ਤੇ ਆ ਕੇ ਸਿੱਖੀ ਦਾ ਧਾਰਨ ਕੀਤਾ ਸੀ, ਪਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ 3 ਵਾਰੀ ਜਿਹੜੀ ਰਿਹਾਈ ਉੱਥੋਂ ਰੱਦ ਹੋ ਚੁੱਕੀ ਆ। ਤੇ ਜਿਹੜੀਆਂ ਉਹਨੇ ਪਰੋਲਾਂ ਦਿੱਤੀਆਂ, ਉਹ ਪਰੋਲਾਂ ਦਿੱਤੀਆਂ ਜਿਹਨੂੰ ਆਪਾਂ ਕਹਿ ਦਿੰਦੇ ਉੱਥੇ ਕਤਲੇਆਮ ਦਾ ਜਿਹੜਾ ਕਾਤਲ ਸੀਗਾ ਕਿਸ਼ੋਰੀ ਲਾਲ, ਉਹਨੂੰ ਆਪਾਂ 14 ਵਾਰੀ ਪਰੋਲ ਦੇ ਚੁੱਕੇ ਹਾਂ। ਸੋ ਮੈਂ ਉਹ ਸਰਕਾਰ ਨੂੰ ਵੀ ਕੋਸਦਾ ਜਿਹੜੀ ਉਸ ਇਨੋਸੈਂਟ ਜਿਹੜਾ ਮਾਨਸਿਕ ਤੌਰ 'ਤੇ ਥੋੜ੍ਹਾ ਢਿੱਲਾ ਵੀ ਆ, ਉਹਨਾਂ ਦੀ ਰਿਹਾਈ ਦਾ ਹੁਕਮ ਹੋਇਆ ਸੀ ਪਰ ਅੱਜ ਤੱਕ ਰਿਹਾਈ ਨਹੀਂ ਹੋ ਸਕੀ। ਸੋ ਸੈਂਟਰ ਸਰਕਾਰ ਤੋਂ ਇਹ ਮੰਗ ਕਰਦਾ, ਹੁਣ ਵਿਸਾਖੀ ਦਾ ਦਿਹਾੜਾ ਆ ਰਿਹਾ, ਖਾਲਸੇ ਨੂੰ ਪ੍ਰਗਟ ਕਰਨ ਦਾ ਇਹ ਦਿਹਾੜਾ ਆ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਤਖਤ ਕੇਸਗੜ੍ਹ ਸਾਹਿਬ ਦੀ ਧਰਤੀ 'ਤੇ
ਦੱਬਿਆਂ ਕੁਚਲਿਆਂ ਨੂੰ, ਜੀ ਊਚ ਨੀਚ ਨੂੰ, ਸਾਰੀ ਜਾਤ ਪਾਤ ਨੂੰ ਖਤਮ ਕਰਕੇ ਇੱਕ ਲੜੀ 'ਚ ਪਰੋਇਆ ਸੀ। ਸੋ ਮੰਗ ਕਰਦਾ ਵੀ ਇਸ ਖਾਲਸੇ ਦੇ ਇਸ ਪ੍ਰਗਟ ਦਿਹਾੜੇ ਦੇ ਉੱਤੇ ਇਹਨਾਂ ਨੂੰ ਵੀ ਸਾਰਿਆਂ ਨੂੰ ਰਿਹਾ ਕੀਤਾ ਜਾਵੇ। ਦੂਸਰੀ, ਕਿਉਂਕਿ ਕਈ ਵਾਰੀ ਚਰਚਾ ਬਹੁਤ ਚੱਲ ਜਾਂਦੀਆਂ, ਇੱਕ ਨਵਾਂ ਹੁਣ ਕਿਉਂਕਿ ਬੜੇ ਲੰਮੇ ਸਮੇਂ ਤੋਂ ਇੱਕ ਆਦੇਸ਼ ਹੋਇਆ ਸਾਨੂੰ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਇੱਕ ਚੈਨਲ ਚਲਾਵੇ। ਸੋ ਉਹਦੇ ਵਿੱਚ ਚੈਨਲ ਦੇ ਵਿੱਚ ਅਸੀਂ ਅੱਜ 7 ਮੈਂਬਰੀ ਇੱਕ ਕਮੇਟੀ ਬਣਾਤੀ ਆ, ਜਿਹੜੀ 3 ਮਹੀਨਿਆਂ ਦੇ ਵਿੱਚ ਇਹ ਰਿਪੋਰਟ ਕਰੂਗੀ ਸਾਰੀ ਕਿ ਉਹਨੂੰ ਵੈਬਸਾਈਟ ਚੈਨਲ ਚਲਾਉਣਾ ਜਾਂ ਉਹਨੂੰ ਪੂਰਾ ਚੈਨਲ ਚਲਾਉਣਾ। ਉਹ ਸਾਰੀਆਂ ਵੱਖ-ਵੱਖ ਜਿਹੜੇ ਸਾਡੇ ਐਕਸਪਰਟ ਆ ਉਹਨਾਂ ਕੋਲੋਂ ਵੀ ਵਿਚਾਰਤ ਲੈਣਗੇ। ਫਿਰ ਉਹਦੇ ਮੁਤਾਬਕ ਅਸੀਂ ਜਿਹੜਾ ਗਾਹਾਂ ਫਿਰ ਐਗਜੈਕਟਿਵ ਦੇ ਵਿੱਚ ਬੈਠ ਕੇ ਫੈਸਲਾ ਲਵਾਂਗੇ। ਸੋ ਗੁਰੂ ਸਾਹਿਬ ਕਿਰਪਾ ਕਰਨ, ਮੈਂ ਜਿੱਥੇ ਅੱਜ ਉਹ ਮੈਂ ਤੁਹਾਨੂੰ ਦੱਸ ਦੂੰਗਾ, ਕਿਉਂਕਿ 7 ਮੈਂਬਰ ਆ ਉਹਦੇ ਮੈਂ ਤੁਹਾਨੂੰ ਤਫਸੀਲ ਦੱਸ ਦੂੰਗਾ। ਉਹ ਫਿਰ 7 ਮੈਂਬਰ ਜਿਹੜੇ ਉਹ ਬੈਠ ਕੇ ਆਪੋ ਵਿੱਚ ਹੀ ਬਾਕੀਆਂ ਦੇ ਵੀ ਜਿਹੜੇ ਉਹ ਇਸੇ ਕਾਰਜ ਵਾਲੇ ਆ, ਜਿਹੜੇ ਪੁਰਾਣੇ ਸਾਡੇ ਸੀਨੀਅਰ ਮੈਂਬਰ ਆ ਉਹ ਹੀ ਪਾਏ ਆ, ਕੁਛ ਐਗਜੈਕਟਿਵ ਦੇ ਮੈਂਬਰ ਪਾਏ ਆ, ਕੁਛ ਅਹੁਦੇਦਾਰ ਵੀ ਪਾਏ ਆ। ਪ੍ਰਧਾਨ ਜੀ, ਇੱਕ ਪੀਟੀਸੀ ਦੇ ਜਿਹੜੇ ਮੇਨ ਨੇ ਉਹਨਾਂ ਨੇ ਕਿਹਾ ਵੀ ਜੇ ਪੀਟੀਸੀ ਦੇ ਕੋਈ ਦੋਸ਼ ਲੱਗਦੇ ਆ ਤਾਂ ਉਹ ਲੱਖ ਰੁਪਈਆ ਦੇਣਗੇ। ਕੋਈ ਅਜੇ ਤੱਕ ਪੀਟੀਸੀ ਦੇ ਕੋਈ ਦੋਸ਼ ਵੀ ਨਹੀਂ ਲੱਗੇ ਇਸ ਤਰ੍ਹਾਂ ਦੇ ਕੋਈ? ਦੇਖੋ, ਪੀਟੀਸੀ ਦੇ ਦੋਸ਼ ਲੱਗੇ, ਪਰ ਉਹਨੇ ਹੁਣ ਆਪਣੇ ਤੁਹਾਡੇ ਸਾਹਮਣੇ ਮੀਡੀਅਮ ਦੇ ਪਿੱਛੇ ਕਿਹਾ ਵੀ ਭਾਈ ਦੱਸੋ ਤੁਸੀਂ ਇਹਨਾਂ ਦਾ ਸਾਡੇ ਨਾਲ ਤਾਲੁਕਾਤ ਕੀ ਆ। ਸੋ ਇਸ ਕਰਕੇ ਇਹ ਤਾਂ ਹੁਣ ਪੀਟੀਸੀ ਵਾਲਿਆਂ ਨੇ ਆਪ ਹੀ ਨਾਮ ਡਿਕਲੇਅਰ ਕਰ ਦਿੱਤਾ ਵੀ ਜਿਹੜਾ ਕੋਈ ਹੈਗਾ ਇਹਦੇ ਬਾਬਤੋਂ ਜਿਹੜੀ ਇੱਕ ਬੀਬੀ ਆ ਜਿਹਨੇ ਬੇਲ ਪਾਈ ਆਪਣੀ, ਤੇ ਉਹਦੇ ਬਾਰੇ ਦੱਸਣ ਤਾਂ ਅਸੀਂ ਲੱਖ ਰੁਪਈਆ ਜੇ ਇਹਨਾਂ ਲਿੰਕ ਸਾਡੇ ਸਾਬਤ ਹੋ ਜਾਣ ਤੇ ਦਿਆਂਗੇ। ਸੋ ਬਹੁਤ ਧੰਨਵਾਦ ਕਰਦਾ ਆਪਣੇ ਸਾਰੇ ਸਤਿਕਾਰਤ ਸਾਡੇ ਮੈਂਬਰ ਸਾਹਿਬਾਨਾਂ ਦਾ, ਧਰਮ ਪ੍ਰਚਾਰ ਦੇ ਮੈਂਬਰ ਸਾਹਿਬਾਨਾਂ ਦਾ, ਤੇ ਮਲੂਕਾ ਸਾਹਿਬ ਦਾ, ਤੇ ਬਾਕੀ ਜਿੰਨੇ ਵੀ ਵੱਖ-ਵੱਖ ਜਥੇਬੰਦੀਆਂ ਤੋਂ ਆਏ, ਤੇ ਖਾਸ ਕਰਕੇ ਇੱਥੋਂ ਦੇ ਸਟਾਫ ਤੇ ਪ੍ਰਿੰਸੀਪਲ ਨੂੰ ਤੇ ਬੱਚਿਆਂ ਨੂੰ ਵਧਾਈ ਦਿੰਦਾ, ਉਹਨਾਂ ਦੇ ਉਜਲ ਭਵਿੱਖ ਦੀ ਵੀ ਕਾਮਨਾ ਕਰਦਾ। ਇਹ ਵੀ ਆਸ ਰੱਖਦਾ ਇਹ ਚੰਗੀਆਂ ਬੱਚੀਆਂ ਜਿਹੜੀਆਂ ਚੰਗੀਆਂ ਧੀਆਂ ਦੇ ਰੂਪ ਵਿੱਚ, ਚੰਗੀਆਂ ਮਾਵਾਂ ਦੇ ਰੂਪ ਦੇ ਵਿੱਚ ਇਸ ਸਮਾਜ ਦੇ ਵਿੱਚ ਆਪਣਾ ਜਿਹੜਾ ਆ ਉਹ ਯੋਗਦਾਨ ਪਾਉਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਇਹ ਪਵਿੱਤਰ ਧਰਤੀ, ਜਿੱਥੇ ਤਖਤ ਸ਼੍ਰੀ ਦਮਦਮਾ ਸਾਹਿਬ ਸਤਿਗੁਰੂ ਜੀ ਨੇ ਬਖਸ਼ਿਸ਼ ਸਾਨੂੰ ਕੀਤਾ, ਉੱਥੇ ਸਤਿਗੁਰਾਂ ਦੀ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਗਰਲਜ਼ ਕਾਲਜ ਦਾ ਅੱਜ ਨਵੇਂ ਤੌਰ ਦੇ ਉੱਤੇ ਜਿਹੜਾ ਸੈਸ਼ਨ ਸਟਾਰਟ ਹੋਇਆ 22-23 ਦਾ, ਤੇ ਉਹ ਸ਼ੁਰੂਆਤ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨੀ ਜਥਿਆਂ ਵੱਲੋਂ ਕੀਰਤਨ ਕਰਕੇ ਅੱਜ ਦੇ ਇਸ ਜਿਹੜਾ ਸਮਾਗਮ ਹੈ ਉਹਨੂੰ ਹੋਰ 4 ਚੰਨ ਲਾਏ। ਔਰ ਸਾਡਾ ਸਿੱਖ ਪੰਥ ਦਾ ਮਹਾਨ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ, ਉਹਨਾਂ ਨੇ ਆਪਣੇ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਬੱਚਿਆਂ ਨੂੰ ਅਸ਼ੀਰਵਾਦ ਵੀ ਦਿੱਤਾ। ਔਰ ਸਾਡੇ ਬਹੁਤ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਾਹਿਬਾਨ, ਸਰਦਾਰ ਸਿਕੰਦਰ ਸਿੰਘ ਜੀ ਮਲੂਕਾ ਸਾਡੇ ਸੀਨੀਅਰ ਅਕਾਲੀ ਆਗੂ, ਤੇ ਹੋਰ ਸਾਡੇ ਸਾਰੇ ਸਰਕਲ ਜਥੇਦਾਰ ਚੇਚੇ ਤੌਰ 'ਤੇ ਅੱਜ ਸਾਰੇ ਸ਼ਾਮਲ ਹੋਏ। ਇਹ ਮੈਂ ਸਮਝਦਾ ਖਾਲਸਾਈ ਪੁਰਾਤਨ ਸਮੇਂ ਦੇ ਵਿੱਚ ਇਵੇਂ ਹੀ ਚੱਲਦਾ ਸੀ ਕਿ ਖਾਲਸਾਈ ਸਕੂਲਾਂ ਕਾਲਜਾਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਸੁਸ਼ੋਭਿਤ ਹੁੰਦੇ ਸੀ। ਆਪ ਸਵੇਰੇ 5 ਪੌੜੀਆਂ ਦਾ ਪਾਠ ਕਰਕੇ ਅਰਦਾਸ ਕਰਕੇ ਫਿਰ ਕਲਾਸਾਂ ਨੂੰ ਜਾਂਦੇ ਸੀ। ਪਰ ਇਹਨੇ ਆ ਚੰਗੀ ਸ਼ੁਰੂਆਤ ਕੀਤੀ ਆ, ਔਰ ਮੈਨੂੰ ਅਤਿਅੰਤ ਪ੍ਰਸੰਨਤਾ ਵੀ ਆ ਕਿ ਪਿਛਲੇ ਸਾਲ ਆਪਾਂ ਇਹ ਇੱਕ ਸਕੀਮ ਸ਼ੁਰੂ ਕੀਤੀ ਸੀ। ਉਸ ਸਕੀਮ ਤਹਿਤ 200 ਬੱਚੇ ਜਿਨ੍ਹਾਂ ਨੂੰ ਫਰੀ ਐਜੂਕੇਸ਼ਨ, ਫਰੀ ਲੌਜਿੰਗ, ਬੋਰਡਿੰਗ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਸੀ। ਉਹਦੇ ਵਿੱਚ ਸਾਡੇ ਕੋਲ 171 ਬੱਚੇ ਜਿਹੜੇ ਬੀਬੀਆਂ ਉਹ ਅੱਜ ਇੱਥੇ ਐਜੂਕੇਸ਼ਨ ਲੈ ਰਹੀਆਂ। ਜਿੱਥੇ ਐਜੂਕੇਸ਼ਨ ਲੈ ਰਹੀਆਂ ਉੱਥੇ ਨਾਲ ਦੀ ਨਾਲ ਚਾਹੇ ਗੱਤਕੇ ਦੀ ਮਹਾਰਤ, ਚਾਹੇ ਤਾਂਤੀ ਰਾਗਾਂ ਦੇ ਵਿੱਚ ਸਾਜ਼ਾਂ 'ਚ ਕੀਰਤਨ ਕਰਨਾ, ਚਾਹੇ ਢੱਡਾਂ ਦੇ ਉੱਤੇ ਢਾਡੀ ਵਾਰਾਂ ਗਾਉਣੀਆਂ, ਉਹ ਮੈਂ ਸਮਝਦਾ ਇੱਕ ਵੱਡੀ ਉਪਲਬਧੀ ਜਿਹੜੀ ਇਸ ਕਾਲਜ ਦੀ ਆ। ਉਹ ਮੈਂ ਮੁਬਾਰਕਬਾਦ ਦਿੰਦਾ ਪ੍ਰਿੰਸੀਪਲ ਸਾਹਿਬ ਨੂੰ। ਔਰ ਇਸੇ ਤਰਜ਼ 'ਤੇ ਅਸੀਂ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਉਸ ਪਵਿੱਤਰ ਧਰਤੀ 'ਤੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਿੱਚ ਵੀ ਅਸੀਂ ਯਤਨ ਕੀਤਾ ਪਿਆ ਇਸ ਸਾਲ 'ਚੋਂ 200 ਬੱਚੀਆਂ ਜਿਹੜੀਆਂ ਉਹਨਾਂ ਨੂੰ ਇਸੇ ਤਰਜ਼ 'ਤੇ ਫਰੀ ਐਜੂਕੇਸ਼ਨ ਦਿੱਤੀ ਜਾਊਗੀ, ਪਰ ਸ਼ਰਤ ਕਿ ਅੰਮ੍ਰਿਤਧਾਰੀ ਹੋਣ। ਇੱਥੇ ਵੀ ਤਕਰੀਬਨ ਹੁਣ ਸਾਡੇ 80 ਹੋਰ
ਜਿਹੜੀਆਂ ਬੱਚੀਆਂ ਤਕਰੀਬਨ 250 ਬੱਚੇ ਜਿਹੜੇ ਆ ਉਹ ਇੱਥੇ ਆ ਕੇ ਇਹ ਸਿੱਖਿਆ ਪ੍ਰਾਪਤ ਕਰਨਗੇ। ਔਰ ਦੂਸਰਾ ਜਿਹੜਾ ਮੈਂ ਸਮਝਦਾ ਕਿ ਜੰਮੂ ਕਸ਼ਮੀਰ ਦੇ ਵਿੱਚ ਬੱਚੀਆਂ ਉਹ ਸਾਡੀਆਂ ਸਿੱਖਿਆ ਤੋਂ ਸੱਖਣੀਆਂ ਰਹਿ ਜਾਂਦੀਆਂ ਸੀ, ਕਿਉਂਕਿ ਉੱਥੇ ਪ੍ਰਬੰਧ ਦੇ ਵਿੱਚ ਬਹੁਤ ਵੱਡੀਆਂ ਢਲਿਆਈਆਂ ਆ। ਮੈਂ ਉਧਰ ਨੂੰ ਨਹੀਂ ਜਾਣਾ ਚਾਹੁੰਦਾ। ਪਹਿਲਾਂ ਸਾਡੇ ਕੋਲ ਇੰਜੀਨੀਅਰਿੰਗ ਕਾਲਜ ਵਿੱਚ ਵੀ ਬੱਚੇ ਬਹੁਤ ਪੜ੍ਹ ਕੇ ਗਏ, ਬੀਟੈਕ ਕਰਕੇ ਗਏ, ਐਮਟੈਕ ਕਰਕੇ ਗਏ, ਤੇ ਹੁਣ ਇੱਥੇ ਵੀ ਜ਼ਿਆਦਾ ਤਾਦਾਦ ਜਿਹੜੀ ਉਹਨਾਂ ਬੱਚੀਆਂ ਦੀ ਆ। ਤੇ ਅਸੀਂ ਅੱਗੇ ਵੀ ਜਿਹੜੇ 200 ਬੱਚੇ ਭਰਤੀ ਕਰਨੇ ਆ ਉਹਨਾਂ ਦੇ ਵਿੱਚ ਵੀ ਇਸ ਜੰਮੂ ਕਸ਼ਮੀਰ ਦਾ ਤੇ ਬਾਹਰਲੀਆਂ ਸਟੇਟਾਂ ਤੋਂ ਵੀ ਜਾਂ ਇੱਥੇ ਦੇ ਵੀ ਬੱਚੇ ਆ, ਉਹਨਾਂ ਨੂੰ ਅਸੀਂ ਪ੍ਰੋਤਸਾਹਿਤ ਕਰਦੇ ਹਾਂ। ਦੂਸਰਾ ਇੱਕ ਬਹੁਤ ਵੱਡਾ ਲੰਬੇ ਸਮੇਂ ਦਾ ਜਿਹੜਾ ਸਾਡਾ ਕਾਰਜ ਇੱਕ ਸਿੱਖ ਪੰਥ ਨਾਲ ਸੰਬੰਧਿਤ ਆ ਕਿ ਸਾਡੇ ਜੁਝਾਰੂ ਸਿੱਖ ਵੀਰ ਤਕਰੀਬਨ ਕੋਈ 35 ਸਾਲ, 30 ਸਾਲ, 25 ਸਾਲ ਹੋ ਗਏ, 27 ਸਾਲ ਹੋ ਗਏ, ਔਰ ਉਹਨਾਂ ਦੀ ਜਿਹੜੀ ਰਿਹਾਈ 550ਵਾਂ ਸਤਿਗੁਰੂ ਜੀ ਦਾ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਪ੍ਰਕਾਸ਼ ਦਿਹਾੜੇ ਤੇ ਸੈਂਟਰ ਦੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਅਸੀਂ ਰਿਲੈਕਸੇਸ਼ਨ ਦੇ ਕੇ ਇਹਨਾਂ ਨੂੰ ਰਿਹਾ ਕਰਾਂਗੇ। ਮੈਂ ਸੈਂਟਰ ਦੀ ਸਰਕਾਰ ਤੋਂ ਮੰਗ ਕਰਦਾ ਕਿ ਭਾਈ ਬਲਵੀਰ ਸਿੰਘ, ਭਾਈ ਰਾਜੋਆਣਾ ਸਾਹਿਬ, ਉਹਨਾਂ ਦੇ ਨਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ, ਹਵਾਰਾ ਸਾਹਿਬ, ਹੋਰ ਵੀ ਅਨੇਕਾਂ ਹੀ ਬਹੁਤ ਸਾਰੇ ਜਿਹੜੇ ਸਿੱਖ ਆ ਉਹ ਜੇਲ੍ਹਾਂ ਦੇ ਵਿੱਚ ਬੈਠੇ ਆ, ਉਹਨਾਂ ਨੂੰ ਸੈਂਟਰ ਦੀ ਸਰਕਾਰ ਤੁਰੰਤ ਰਿਹਾ ਕਰੇ। ਤੇ ਮੈਂ ਇੱਕ ਚੇਚੇ ਤੌਰ ਦੇ ਉੱਤੇ ਦਿੱਲੀ ਸਰਕਾਰ ਨੂੰ ਵੀ ਕੋਸਦਾ ਕਿ ਜੇ ਸਰਕਾਰ ਨੇ ਮਖੌਟਾ ਤਾਂ ਪੰਜਾਬ ਦੀ ਧਰਤੀ ਤੇ ਆ ਕੇ ਸਿੱਖੀ ਦਾ ਧਾਰਨ ਕੀਤਾ ਸੀ, ਪਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ 3 ਵਾਰੀ ਜਿਹੜੀ ਰਿਹਾਈ ਉੱਥੋਂ ਰੱਦ ਹੋ ਚੁੱਕੀ ਆ। ਤੇ ਜਿਹੜੀਆਂ ਉਹਨੇ ਪਰੋਲਾਂ ਦਿੱਤੀਆਂ, ਉਹ ਪਰੋਲਾਂ ਦਿੱਤੀਆਂ ਜਿਹਨੂੰ ਆਪਾਂ ਕਹਿ ਦਿੰਦੇ ਉੱਥੇ ਕਤਲੇਆਮ ਦਾ ਜਿਹੜਾ ਕਾਤਲ ਸੀਗਾ ਕਿਸ਼ੋਰੀ ਲਾਲ, ਉਹਨੂੰ ਆਪਾਂ 14 ਵਾਰੀ ਪਰੋਲ ਦੇ ਚੁੱਕੇ ਹਾਂ। ਸੋ ਮੈਂ ਉਹ ਸਰਕਾਰ ਨੂੰ ਵੀ ਕੋਸਦਾ ਜਿਹੜੀ ਉਸ ਇਨੋਸੈਂਟ ਜਿਹੜਾ ਮਾਨਸਿਕ ਤੌਰ ਤੇ ਥੋੜਾ ਢਿੱਲਾ ਵੀ ਆ, ਉਹਨਾਂ ਦੀ ਰਿਹਾਈ ਦਾ ਹੁਕਮ ਹੋਇਆ ਸੀ ਪਰ ਅੱਜ ਤੱਕ ਰਿਹਾਈ ਨਹੀਂ ਹੋ ਸਕੀ। ਸੋ ਸੈਂਟਰ ਸਰਕਾਰ ਤੋਂ ਇਹ ਮੰਗ ਕਰਦਾ, ਹੁਣ ਵਿਸਾਖੀ ਦਾ ਦਿਹਾੜਾ ਆ ਰਿਹਾ, ਖਾਲਸੇ ਨੂੰ ਪ੍ਰਗਟ ਕਰਨ ਦਾ ਇਹ ਦਿਹਾੜਾ ਆ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਤਖਤ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਦੱਬਿਆਂ ਕੁਚਲਿਆਂ ਨੂੰ, ਜੀ ਊਚ ਨੀਚ ਨੂੰ, ਸਾਰੀ ਜਾਤ ਪਾਤ ਨੂੰ ਖਤਮ ਕਰਕੇ ਇੱਕ ਲੜੀ 'ਚ ਪਰੋਇਆ ਸੀ। ਸੋ ਮੰਗ ਕਰਦਾ ਵੀ ਇਸ ਖਾਲਸੇ ਦੇ ਇਸ ਪ੍ਰਗਟ ਦਿਹਾੜੇ ਦੇ ਉੱਤੇ ਇਹਨਾਂ ਨੂੰ ਵੀ ਸਾਰਿਆਂ ਨੂੰ ਰਿਹਾ ਕੀਤਾ ਜਾਵੇ। ਦੂਸਰੀ, ਕਿਉਂਕਿ ਕਈ ਵਾਰੀ ਚਰਚਾ ਬਹੁਤ ਚੱਲ ਜਾਂਦੀਆਂ, ਇੱਕ ਨਵਾਂ ਹੁਣ ਕਿਉਂਕਿ ਬੜੇ ਲੰਮੇ ਸਮੇਂ ਤੋਂ ਇੱਕ ਆਦੇਸ਼ ਹੋਇਆ ਸਾਨੂੰ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਇੱਕ ਚੈਨਲ ਚਲਾਵੇ। ਸੋ ਉਹਦੇ ਵਿੱਚ ਚੈਨਲ ਦੇ ਵਿੱਚ ਅਸੀਂ ਅੱਜ 7 ਮੈਂਬਰੀ ਇੱਕ ਕਮੇਟੀ ਬਣਾਤੀ ਆ, ਜਿਹੜੀ 3 ਮਹੀਨਿਆਂ ਦੇ ਵਿੱਚ ਇਹ ਰਿਪੋਰਟ ਕਰੂਗੀ ਸਾਰੀ ਕਿ ਉਹਨੂੰ ਵੈਬਸਾਈਟ ਚੈਨਲ ਚਲਾਉਣਾ ਜਾਂ ਉਹਨੂੰ ਪੂਰਾ ਚੈਨਲ ਚਲਾਉਣਾ। ਉਹ ਸਾਰੀਆਂ ਵੱਖ-ਵੱਖ ਜਿਹੜੇ ਸਾਡੇ ਐਕਸਪਰਟ ਆ ਉਹਨਾਂ ਕੋਲੋਂ ਵੀ ਵਿਚਾਰਤ ਲੈਣਗੇ, ਫਿਰ ਉਹਦੇ ਮੁਤਾਬਕ ਅਸੀਂ ਜਿਹੜਾ ਗਾਹਾਂ ਫਿਰ ਐਗਜੈਕਟਿਵ ਦੇ ਵਿੱਚ ਬੈਠ ਕੇ ਫੈਸਲਾ ਲਵਾਂਗੇ। ਸੋ ਗੁਰੂ ਸਾਹਿਬ ਕਿਰਪਾ ਕਰਨ, ਮੈਂ ਜਿੱਥੇ ਅੱਜ ਉਹ ਮੈਂ ਤੁਹਾਨੂੰ ਦੱਸ ਦੂੰਗਾ, ਕਿਉਂਕਿ 7 ਮੈਂਬਰ ਆ ਉਹਦੇ, ਮੈਂ ਤੁਹਾਨੂੰ ਤਫਸੀਲ ਦੱਸ ਦੂੰਗਾ। ਉਹ ਫਿਰ 7 ਮੈਂਬਰ ਜਿਹੜੇ ਉਹ ਬੈਠ ਕੇ ਆਪੋ ਵਿੱਚ ਹੀ ਬਾਕੀਆਂ ਦੇ ਵੀ ਜਿਹੜੇ ਉਹ ਇਸੇ ਕਾਰਜ ਵਾਲੇ ਆ, ਜਿਹੜੇ ਪੁਰਾਣੇ ਸਾਡੇ ਸੀਨੀਅਰ ਮੈਂਬਰ ਆ ਉਹ ਹੀ ਪਾਏ ਆ, ਕੁਝ ਐਗਜੈਕਟਿਵ ਦੇ ਮੈਂਬਰ ਪਾਏ ਆ, ਕੁਝ ਅਹੁਦੇਦਾਰ ਵੀ ਪਾਏ ਆ। ਪ੍ਰਧਾਨ ਜੀ, ਇੱਕ ਪੀਟੀਸੀ ਦੇ ਜਿਹੜੇ ਮੇਨ ਨੇ ਉਹਨਾਂ ਨੇ ਕਿਹਾ ਵੀ ਜੇ ਪੀਟੀਸੀ ਦੇ ਕੋਈ ਦੋਸ਼ ਲੱਗਦੇ ਆ ਤਾਂ ਉਹ ਲੱਖ ਰੁਪਈਆ ਦੇਣਗੇ। ਕੋਈ ਅਜੇ ਤੱਕ ਪੀਟੀਸੀ ਦੇ ਕੋਈ ਦੋਸ਼ ਵੀ ਨਹੀਂ ਲੱਗੇ ਇਸ ਤਰ੍ਹਾਂ ਦੇ ਕੋਈ? ਦੇਖੋ, ਪੀਟੀਸੀ ਦੇ ਦੋਸ਼ ਲੱਗੇ, ਪਰ ਉਹਨੇ ਹੁਣ ਆਪਣੇ ਤੁਹਾਡੇ ਸਾਹਮਣੇ ਮੀਡੀਅਮ ਦੇ ਵਿੱਚ ਹੀ ਕਿਹਾ ਵੀ ਭਾਈ ਦੱਸੋ ਤੁਸੀਂ ਇਹਨਾਂ ਦਾ ਸਾਡੇ ਨਾਲ ਤਾਲੁਕਾਤ ਕੀ ਆ। ਸੋ ਇਸ ਕਰਕੇ ਇਹ ਤਾਂ ਹੁਣ ਪੀਟੀਸੀ ਵਾਲਿਆਂ ਨੇ ਆਪ ਹੀ ਇਨਾਮ ਡਿਕਲੇਅਰ ਕਰ ਦਿੱਤਾ ਵੀ ਜਿਹੜਾ ਕੋਈ ਹੈਗਾ ਇਹਦੇ ਬਾਬਤੋਂ ਜਿਹੜੀ ਇੱਕ ਬੀਬੀ ਆ ਜਿਹਨੇ ਬੇਲ ਪਾਈ ਆਪਣੀ, ਤੇ ਉਹਦੇ ਬਾਰੇ ਦੱਸਣ ਤਾਂ ਅਸੀਂ ਲੱਖ ਰੁਪਈਆ ਜੇ ਇਹਨਾਂ ਲਿੰਕ ਸਾਡੇ ਸਾਬਤ ਹੋ ਜਾਣ ਤੇ ਦਿਆਂਗੇ। ਸੋ ਬਹੁਤ ਧੰਨਵਾਦ ਕਰਦਾ ਆਪਣੇ ਸਾਰੇ ਸਤਿਕਾਰਤ ਸਾਡੇ ਮੈਂਬਰ ਸਾਹਿਬਾਨਾਂ ਦਾ, ਧਰਮ ਪ੍ਰਚਾਰ ਦੇ ਮੈਂਬਰ ਸਾਹਿਬਾਨਾਂ ਦਾ ਤੇ ਮਲੂਕਾ ਸਾਹਿਬ ਦਾ, ਤੇ ਬਾਕੀ ਜਿੰਨੇ ਵੀ ਵੱਖ-ਵੱਖ ਜਥੇਬੰਦੀਆਂ ਤੋਂ ਆਏ, ਤੇ ਖਾਸ ਕਰਕੇ ਇੱਥੋਂ ਦੇ ਸਟਾਫ ਤੇ ਪ੍ਰਿੰਸੀਪਲ ਨੂੰ ਤੇ ਬੱਚਿਆਂ ਨੂੰ ਵਧਾਈ ਦਿੰਦਾ, ਉਹਨਾਂ ਦੇ ਉਜਲ ਭਵਿੱਖ ਦੀ ਵੀ ਕਾਮਨਾ ਕਰਦਾ। ਇਹ ਵੀ ਆਸ ਰੱਖਦਾ ਇਹ ਚੰਗੀਆਂ ਬੱਚੀਆਂ ਜਿਹੜੀਆਂ ਚੰਗੀਆਂ ਧੀਆਂ ਦੇ ਰੂਪ ਵਿੱਚ, ਚੰਗੀਆਂ ਮਾਵਾਂ ਦੇ ਰੂਪ ਦੇ ਵਿੱਚ ਇਸ ਸਮਾਜ ਦੇ ਵਿੱਚ ਆਪਣਾ ਜਿਹੜਾ ਆ ਉਹ ਯੋਗਦਾਨ ਪਾਉਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਇਹ ਪਵਿੱਤਰ ਧਰਤੀ
ਜਿੱਥੇ ਤਖਤ ਸ੍ਰੀ ਦਮਦਮਾ ਸਾਹਿਬ ਸਤਿਗੁਰੂ ਜੀ ਨੇ ਬਖਸ਼ਿਸ਼ ਸਾਨੂੰ ਕੀਤਾ, ਉੱਥੇ ਸਤਿਗੁਰਾਂ ਦੀ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਗਰਲਜ਼ ਕਾਲਜ ਦਾ ਅੱਜ ਨਵੇਂ ਤੌਰ ਦੇ ਉੱਤੇ ਜਿਹੜਾ ਸੈਸ਼ਨ ਹੈ ਸਟਾਰਟ ਹੋਇਆ 22-23 ਦਾ, ਤੇ ਉਹ ਸ਼ੁਰੂਆਤ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨੀ ਜਥਿਆਂ ਵੱਲੋਂ ਕੀਰਤਨ ਕਰਕੇ ਅੱਜ ਦੇ ਇਸ ਜਿਹੜਾ ਸਮਾਗਮ ਹੈ ਉਹਨੂੰ ਹੋਰ ਚਾਰ ਚੰਨ ਲਾਏ। ਔਰ ਸਾਡਾ ਸਿੱਖ ਪੰਥ ਦਾ ਮਹਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ, ਉਹਨਾਂ ਨੇ ਆਪਣੇ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਬੱਚਿਆਂ ਨੂੰ ਅਸ਼ੀਰਵਾਦ ਵੀ ਦਿੱਤਾ। ਔਰ ਸਾਡੇ ਬਹੁਤ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਾਹਿਬਾਨ, ਸਰਦਾਰ ਸਿਕੰਦਰ ਸਿੰਘ ਜੀ ਮਲੂਕਾ ਸਾਡੇ ਸੀਨੀਅਰ ਅਕਾਲੀ ਆਗੂ, ਤੇ ਹੋਰ ਸਾਡੇ ਸਾਰੇ ਸਰਕਲ ਜਥੇਦਾਰ ਚੇਚੇ ਤੌਰ ਤੇ ਅੱਜ ਸਾਰੇ ਸ਼ਾਮਲ ਹੋਏ। ਇਹ ਮੈਂ ਸਮਝਦਾ ਖਾਲਸਾਈ ਪੁਰਾਤਨ ਸਮੇਂ ਦੇ ਵਿੱਚ ਇਵੇਂ ਹੀ ਚੱਲਦਾ ਸੀ ਕਿ ਖਾਲਸਾਈ ਸਕੂਲਾਂ ਕਾਲਜਾਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਸੁਸ਼ੋਭਿਤ ਹੁੰਦੇ ਸੀ। ਆਪ ਸਵੇਰੇ 5 ਪੌੜੀਆਂ ਦਾ ਪਾਠ ਕਰਕੇ ਅਰਦਾਸ ਕਰਕੇ ਫਿਰ ਕਲਾਸਾਂ ਨੂੰ ਜਾਂਦੇ ਸੀ। ਪਰ ਇਹਨੇ ਅੱਜ ਚੰਗੀ ਸ਼ੁਰੂਆਤ ਕੀਤੀ ਆ, ਔਰ ਮੈਨੂੰ ਅਤਿਅੰਤ ਪ੍ਰਸੰਨਤਾ ਵੀ ਆ ਕਿ ਪਿਛਲੇ ਸਾਲ ਆਪਾਂ ਇਹ ਇੱਕ ਸਕੀਮ ਸ਼ੁਰੂ ਕੀਤੀ ਸੀ। ਉਸ ਸਕੀਮ ਤਹਿਤ 200 ਬੱਚੇ ਜਿਨ੍ਹਾਂ ਨੂੰ ਫਰੀ ਐਜੂਕੇਸ਼ਨ, ਫਰੀ ਲੌਜਿੰਗ, ਬੋਰਡਿੰਗ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਸੀ। ਉਹਦੇ ਵਿੱਚ ਸਾਡੇ ਕੋਲ 171 ਬੱਚੇ ਜਿਹੜੇ ਬੀਬੀਆਂ ਉਹ ਅੱਜ ਇੱਥੇ ਐਜੂਕੇਸ਼ਨ ਲੈ ਰਹੀਆਂ। ਜਿੱਥੇ ਐਜੂਕੇਸ਼ਨ ਲੈ ਰਹੀਆਂ ਉੱਥੇ ਨਾਲ ਦੀ ਨਾਲ ਚਾਹੇ ਗੱਤਕੇ ਦੀ ਮਹਾਰਤ, ਚਾਹੇ ਤਾਂਤੀ ਰਾਗਾਂ ਦੇ ਵਿੱਚ ਸਾਜ਼ਾਂ 'ਚ ਕੀਰਤਨ ਕਰਨਾ, ਚਾਹੇ ਢੱਡਾਂ ਦੇ ਉੱਤੇ ਢਾਡੀ ਵਾਰਾਂ ਗਾਉਣੀਆਂ, ਉਹ ਮੈਂ ਸਮਝਦਾ ਇੱਕ ਵੱਡੀ ਉਪਲਬਧੀ ਜਿਹੜੀ ਇਸ ਕਾਲਜ ਦੀ ਆ। ਉਹ ਮੈਂ ਮੁਬਾਰਕਬਾਦ ਦਿੰਦਾ ਪ੍ਰਿੰਸੀਪਲ ਸਾਹਿਬ ਨੂੰ। ਔਰ ਇਸੇ ਤਰਜ਼ ਤੇ ਅਸੀਂ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਉਸ ਪਵਿੱਤਰ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਿੱਚ ਵੀ ਅਸੀਂ ਯਤਨ ਕੀਤਾ ਪਿਆ ਇਸ ਸਾਲ 'ਚੋਂ 200 ਬੱਚੀਆਂ ਜਿਹੜੀਆਂ ਉਹਨਾਂ ਨੂੰ ਇਸੇ ਤਰਜ਼ ਤੇ ਫਰੀ ਐਜੂਕੇਸ਼ਨ ਦਿੱਤੀ ਜਾਊਗੀ, ਪਰ ਸ਼ਰਤ ਕਿ ਅੰਮ੍ਰਿਤਧਾਰੀ ਹੋਣ। ਇੱਥੇ ਵੀ ਤਕਰੀਬਨ ਹੁਣ ਸਾਡੇ 80 ਹੋਰ ਜਿਹੜੀਆਂ ਬੱਚੀਆਂ, ਤਕਰੀਬਨ 250 ਬੱਚੇ ਜਿਹੜੇ ਆ ਉਹ ਇੱਥੇ ਆ ਕੇ ਇਹ ਸਿੱਖਿਆ ਪ੍ਰਾਪਤ ਕਰਨਗੇ। ਔਰ ਦੂਸਰਾ ਜਿਹੜਾ ਮੈਂ ਸਮਝਦਾ ਕਿ ਜੰਮੂ ਕਸ਼ਮੀਰ ਦੇ ਵਿੱਚ ਬੱਚੀਆਂ ਉਹ ਸਾਡੀਆਂ ਸਿੱਖਿਆ ਤੋਂ ਸੱਖਣੀਆਂ ਰਹਿ ਜਾਂਦੀਆਂ ਸੀ, ਕਿਉਂਕਿ ਉੱਥੇ ਪ੍ਰਬੰਧ ਦੇ ਵਿੱਚ ਬਹੁਤ ਵੱਡੀਆਂ ਢਲਿਆਈਆਂ ਆ। ਮੈਂ ਉਧਰ ਨੂੰ ਨਹੀਂ ਜਾਣਾ ਚਾਹੁੰਦਾ। ਪਹਿਲਾਂ ਸਾਡੇ ਕੋਲ ਇੰਜੀਨੀਅਰਿੰਗ ਕਾਲਜ ਵਿੱਚ ਵੀ ਬੱਚੇ ਬਹੁਤ ਪੜ੍ਹ ਕੇ ਗਏ, ਬੀਟੈਕ ਕਰਕੇ ਗਏ, ਐਮਟੈਕ ਕਰਕੇ ਗਏ, ਤੇ ਹੁਣ ਇੱਥੇ ਵੀ ਜ਼ਿਆਦਾ ਤਾਦਾਦ ਜਿਹੜੀ ਉਹਨਾਂ ਬੱਚੀਆਂ ਦੀ ਆ। ਤੇ ਅਸੀਂ ਅੱਗੇ ਵੀ ਜਿਹੜੇ 200 ਬੱਚੇ ਭਰਤੀ ਕਰਨੇ ਆ ਉਹਨਾਂ ਦੇ ਵਿੱਚ ਵੀ ਇਸ ਜੰਮੂ ਕਸ਼ਮੀਰ ਦਾ ਤੇ ਬਾਹਰਲੀਆਂ ਸਟੇਟਾਂ ਤੋਂ ਵੀ ਜਾਂ ਇੱਥੇ ਦੇ ਵੀ ਬੱਚੇ ਆ, ਉਹਨਾਂ ਨੂੰ ਅਸੀਂ ਪ੍ਰੋਤਸਾਹਿਤ ਕਰਦੇ ਹਾਂ। ਦੂਸਰਾ ਇੱਕ ਬਹੁਤ ਵੱਡਾ ਲੰਬੇ ਸਮੇਂ ਦਾ ਜਿਹੜਾ ਸਾਡਾ ਕਾਰਜ ਇੱਕ ਸਿੱਖ ਪੰਥ ਨਾਲ ਸੰਬੰਧਿਤ ਆ ਕਿ ਸਾਡੇ ਜੁਝਾਰੂ ਸਿੱਖ ਵੀਰ ਤਕਰੀਬਨ ਕੋਈ 35 ਸਾਲ, 30 ਸਾਲ, 25 ਸਾਲ ਹੋ ਗਏ, 27 ਸਾਲ ਹੋ ਗਏ, ਔਰ ਉਹਨਾਂ ਦੀ ਜਿਹੜੀ ਰਿਹਾਈ 550ਵਾਂ ਸਤਿਗੁਰੂ ਜੀ ਦਾ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਪ੍ਰਕਾਸ਼ ਦਿਹਾੜੇ ਤੇ ਸੈਂਟਰ ਦੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਅਸੀਂ ਰਿਲੈਕਸੇਸ਼ਨ ਦੇ ਕੇ ਇਹਨਾਂ ਨੂੰ ਰਿਹਾ ਕਰਾਂਗੇ। ਮੈਂ ਸੈਂਟਰ ਦੀ ਸਰਕਾਰ ਤੋਂ ਮੰਗ ਕਰਦਾ ਕਿ ਭਾਈ ਬਲਵੀਰ ਸਿੰਘ, ਭਾਈ ਰਾਜੋਆਣਾ ਸਾਹਿਬ, ਉਹਨਾਂ ਦੇ ਨਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ, ਹਵਾਰਾ ਸਾਹਿਬ, ਹੋਰ ਵੀ ਅਨੇਕਾਂ ਹੀ ਬਹੁਤ ਸਾਰੇ ਜਿਹੜੇ ਸਿੱਖ ਆ ਉਹ ਜੇਲ੍ਹਾਂ ਦੇ ਵਿੱਚ ਬੈਠੇ ਆ, ਉਹਨਾਂ ਨੂੰ ਸੈਂਟਰ ਦੀ ਸਰਕਾਰ ਤੁਰੰਤ ਰਿਹਾ ਕਰੇ। ਤੇ ਮੈਂ ਇੱਕ ਚੇਚੇ ਤੌਰ ਦੇ ਉੱਤੇ ਦਿੱਲੀ ਸਰਕਾਰ ਨੂੰ ਵੀ ਕੋਸਦਾ ਕਿ ਜੇ ਸਰਕਾਰ ਨੇ ਮਖੌਟਾ ਤਾਂ ਪੰਜਾਬ ਦੀ ਧਰਤੀ ਤੇ ਆ ਕੇ ਸਿੱਖੀ ਦਾ ਧਾਰਨ ਕੀਤਾ ਸੀ, ਪਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ 3 ਵਾਰੀ ਜਿਹੜੀ ਰਿਹਾਈ ਉੱਥੋਂ ਰੱਦ ਹੋ ਚੁੱਕੀ ਆ। ਤੇ ਜਿਹੜੀਆਂ ਉਹਨੇ ਪਰੋਲਾਂ ਦਿੱਤੀਆਂ, ਉਹ ਪਰੋਲਾਂ ਦਿੱਤੀਆਂ ਜਿਹਨੂੰ ਆਪਾਂ ਕਹਿ ਦਿੰਦੇ ਉੱਥੇ ਕਤਲੇਆਮ ਦਾ ਜਿਹੜਾ ਕਾਤਲ ਸੀਗਾ ਕਿਸ਼ੋਰੀ ਲਾਲ, ਉਹਨੂੰ ਆਪਾਂ 14 ਵਾਰੀ ਪਰੋਲ ਦੇ ਚੁੱਕੇ ਹਾਂ। ਸੋ ਮੈਂ ਉਹ ਸਰਕਾਰ ਨੂੰ ਵੀ ਕੋਸਦਾ ਜਿਹੜੀ ਉਸ ਇਨੋਸੈਂਟ ਜਿਹੜਾ ਮਾਨਸਿਕ ਤੌਰ ਤੇ ਥੋੜ੍ਹਾ ਢਿੱਲਾ ਵੀ ਆ, ਉਹਨਾਂ ਦੀ ਰਿਹਾਈ ਦਾ ਹੁਕਮ ਹੋਇਆ ਸੀ ਪਰ ਅੱਜ ਤੱਕ ਰਿਹਾਈ ਨਹੀਂ ਹੋ ਸਕੀ। ਸੋ ਸੈਂਟਰ ਸਰਕਾਰ ਤੋਂ ਇਹ ਮੰਗ ਕਰਦਾ, ਹੁਣ ਵਿਸਾਖੀ ਦਾ ਦਿਹਾੜਾ ਆ ਰਿਹਾ, ਖਾਲਸੇ ਨੂੰ ਪ੍ਰਗਟ ਕਰਨ ਦਾ ਇਹ ਦਿਹਾੜਾ ਆ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਤਖਤ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਦੱਬਿਆਂ ਕੁਚਲਿਆਂ ਨੂੰ, ਜੀ ਊਚ ਨੀਚ ਨੂੰ, ਸਾਰੀ ਜਾਤ ਪਾਤ ਨੂੰ ਖਤਮ ਕਰਕੇ ਇੱਕ ਲੜੀ 'ਚ ਪਰੋਇਆ ਸੀ। ਸੋ ਮੰਗ ਕਰਦਾ ਵੀ ਇਸ ਖਾਲਸੇ ਦੇ
ਇਸ ਪ੍ਰਗਟ ਦਿਹਾੜੇ ਦੇ ਉੱਤੇ ਇਹਨਾਂ ਨੂੰ ਵੀ ਸਾਰਿਆਂ ਨੂੰ ਰਿਹਾ ਕੀਤਾ ਜਾਵੇ। ਦੂਸਰੀ, ਕਿਉਂਕਿ ਕਈ ਵਾਰੀ ਚਰਚਾ ਬਹੁਤ ਚੱਲ ਜਾਂਦੀਆਂ, ਇੱਕ ਨਵਾਂ ਹੁਣ ਕਿਉਂਕਿ ਬੜੇ ਲੰਮੇ ਸਮੇਂ ਤੋਂ ਇੱਕ ਆਦੇਸ਼ ਹੋਇਆ ਸਾਨੂੰ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਇੱਕ ਚੈਨਲ ਚਲਾਵੇ। ਸੋ ਉਹਦੇ ਵਿੱਚ ਚੈਨਲ ਦੇ ਵਿੱਚ ਅਸੀਂ ਅੱਜ 7 ਮੈਂਬਰੀ ਇੱਕ ਕਮੇਟੀ ਬਣਾਤੀ ਆ, ਜਿਹੜੀ 3 ਮਹੀਨਿਆਂ ਦੇ ਵਿੱਚ ਇਹ ਰਿਪੋਰਟ ਕਰੂਗੀ ਸਾਰੀ ਕਿ ਉਹਨੂੰ ਵੈਬਸਾਈਟ ਚੈਨਲ ਚਲਾਉਣਾ ਜਾਂ ਉਹਨੂੰ ਪੂਰਾ ਚੈਨਲ ਚਲਾਉਣਾ। ਉਹ ਸਾਰੀਆਂ ਵੱਖ-ਵੱਖ ਜਿਹੜੇ ਸਾਡੇ ਐਕਸਪਰਟ ਆ ਉਹਨਾਂ ਕੋਲੋਂ ਵੀ ਵਿਚਾਰਤ ਲੈਣਗੇ, ਫਿਰ ਉਹਦੇ ਮੁਤਾਬਕ ਅਸੀਂ ਜਿਹੜਾ ਗਾਹਾਂ ਫਿਰ ਐਗਜੈਕਟਿਵ ਦੇ ਵਿੱਚ ਬੈਠ ਕੇ ਫੈਸਲਾ ਲਵਾਂਗੇ। ਸੋ ਗੁਰੂ ਸਾਹਿਬ ਕਿਰਪਾ ਕਰਨ, ਮੈਂ ਜਿੱਥੇ ਅੱਜ ਕੌਣ ਬਣਾਇਆ ਕਮੇਟੀ ਦੀ? ਉਹ ਮੈਂ ਤੁਹਾਨੂੰ ਦੱਸ ਦੂੰਗਾ, ਕਿਉਂਕਿ 7 ਮੈਂਬਰ ਆ ਉਹਦੇ ਮੈਂ ਤੁਹਾਨੂੰ ਤਫਸੀਲ ਦੱਸ ਦੂੰਗਾ। ਉਹ ਫਿਰ 7 ਮੈਂਬਰ ਜਿਹੜੇ ਉਹ ਬੈਠ ਕੇ ਆਪੋ ਵਿੱਚ ਹੀ ਬਾਕੀਆਂ ਦੇ ਵੀ ਜਿਹੜੇ ਉਹ ਇਸੇ ਕਾਰਜ ਵਾਲੇ ਆ, ਜਿਹੜੇ ਪੁਰਾਣੇ ਸਾਡੇ ਸੀਨੀਅਰ ਮੈਂਬਰ ਆ ਉਹ ਹੀ ਪਾਏ ਆ, ਕੁਝ ਐਗਜੈਕਟਿਵ ਦੇ ਮੈਂਬਰ ਪਾਏ ਆ, ਕੁਝ ਅਹੁਦੇਦਾਰ ਵੀ ਪਾਏ ਆ। ਪ੍ਰਧਾਨ ਜੀ, ਇੱਕ ਪੀਟੀਸੀ ਦੇ ਜਿਹੜੇ ਮੇਨ ਨੇ ਉਹਨਾਂ ਨੇ ਕਿਹਾ ਵੀ ਜੇ ਪੀਟੀਸੀ ਦੇ ਕੋਈ ਦੋਸ਼ ਲੱਗਦੇ ਆ ਤਾਂ ਉਹ ਲੱਖ ਰੁਪਇਆ ਦੇਣਗੇ। ਕੋਈ ਅਜੇ ਤੱਕ ਪੀਟੀਸੀ ਦੇ ਕੋਈ ਦੋਸ਼ ਵੀ ਨਹੀਂ ਲੱਗੇ ਇਸ ਤਰ੍ਹਾਂ ਦੇ ਕੋਈ? ਦੇਖੋ, ਪੀਟੀਸੀ ਤੇ ਦੋਸ਼ ਲੱਗੇ, ਪਰ ਉਹਨੇ ਹੁਣ ਆਪਣੇ ਤੁਹਾਡੇ ਸਾਹਮਣੇ ਮੀਡੀਅਮ ਦੇ ਵਿੱਚ ਹੀ ਕਿਹਾ ਵੀ ਭਾਈ ਦੱਸੋ ਤੁਸੀਂ ਇਹਨਾਂ ਦਾ ਸਾਡੇ ਨਾਲ ਤਾਲੁਕਾਤ ਕੀ ਆ। ਸੋ ਇਸ ਕਰਕੇ ਇਹ ਤਾਂ ਹੁਣ ਪੀਟੀਸੀ ਵਾਲਿਆਂ ਨੇ ਆਪ ਹੀ ਨਾਮ ਡਿਕਲੇਅਰ ਕਰ ਦਿੱਤਾ ਵੀ ਜਿਹੜਾ ਕੋਈ ਹੈਗਾ ਇਹਦੇ ਬਾਬਤੋਂ ਜਿਹੜੀ ਇੱਕ ਬੀਬੀ ਆ ਜਿਹਨੇ ਬੇਲ ਪਾਈ ਆਪਣੀ, ਤੇ ਉਹਦੇ ਬਾਰੇ ਦੱਸਣ ਤਾਂ ਅਸੀਂ ਲੱਖ ਰੁਪਈਆ ਜੇ ਇਹਨਾਂ ਲਿੰਕ ਸਾਡੇ ਸਾਬਤ ਹੋ ਜਾਣ ਤੇ ਦੇਵਾਂਗੇ। ਸੋ ਬਹੁਤ ਧੰਨਵਾਦ ਕਰਦਾ ਆਪਣੇ ਸਾਰੇ ਸਤਿਕਾਰਤ ਸਾਡੇ ਮੈਂਬਰ ਸਾਹਿਬਾਨਾਂ ਦਾ, ਧਰਮ ਪ੍ਰਚਾਰ ਦੇ ਮੈਂਬਰ ਸਾਹਿਬਾਨਾਂ ਦਾ ਤੇ ਮਲੂਕਾ ਸਾਹਿਬ ਦਾ, ਤੇ ਬਾਕੀ ਜਿੰਨੇ ਵੀ ਵੱਖ-ਵੱਖ ਜਥੇਬੰਦੀਆਂ ਤੋਂ ਆਏ, ਤੇ ਖਾਸ ਕਰਕੇ ਇੱਥੋਂ ਦੇ ਸਟਾਫ ਤੇ ਪ੍ਰਿੰਸੀਪਲ ਨੂੰ ਤੇ ਬੱਚਿਆਂ ਨੂੰ ਵਧਾਈ ਦਿੰਦਾ, ਉਹਨਾਂ ਦੇ ਉਜਲ ਭਵਿੱਖ ਦੀ ਵੀ ਕਾਮਨਾ ਕਰਦਾ। ਇਹ ਵੀ ਆਸ ਰੱਖਦਾ ਇਹ ਚੰਗੀਆਂ ਬੱਚੀਆਂ ਜਿਹੜੀਆਂ ਚੰਗੀਆਂ ਧੀਆਂ ਦੇ ਰੂਪ ਵਿੱਚ, ਚੰਗੀਆਂ ਮਾਵਾਂ ਦੇ ਰੂਪ ਦੇ ਵਿੱਚ ਇਸ ਸਮਾਜ ਦੇ ਵਿੱਚ ਆਪਣਾ ਜਿਹੜਾ ਆ ਉਹ ਯੋਗਦਾਨ ਪਾਉਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਇਹ ਪਵਿੱਤਰ ਧਰਤੀ, ਜਿੱਥੇ ਤਖਤ ਸ਼੍ਰੀ ਦਮਦਮਾ ਸਾਹਿਬ ਸਤਿਗੁਰੂ ਜੀ ਨੇ ਬਖਸ਼ਿਸ਼ ਸਾਨੂੰ ਕੀਤਾ, ਉੱਥੇ ਸਤਿਗੁਰਾਂ ਦੀ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਗਰਲਜ਼ ਕਾਲਜ ਦਾ ਅੱਜ ਨਵੇਂ ਤੌਰ ਦੇ ਉੱਤੇ ਜਿਹੜਾ ਸੈਸ਼ਨ ਸਟਾਰਟ ਹੋਇਆ 22-23 ਦਾ, ਤੇ ਉਹ ਸ਼ੁਰੂਆਤ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨੀ ਜਥਿਆਂ ਵੱਲੋਂ ਕੀਰਤਨ ਕਰਕੇ ਅੱਜ ਦੇ ਇਸ ਜਿਹੜਾ ਸਮਾਗਮ ਹੈ ਉਹਨੂੰ ਹੋਰ 4 ਚੰਨ ਲਾਏ। ਔਰ ਸਾਡਾ ਸਿੱਖ ਪੰਥ ਦਾ ਮਹਾਨ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ, ਉਹਨਾਂ ਨੇ ਆਪਣੇ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਬੱਚਿਆਂ ਨੂੰ ਅਸ਼ੀਰਵਾਦ ਵੀ ਦਿੱਤਾ। ਔਰ ਸਾਡੇ ਬਹੁਤ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਾਹਿਬਾਨ, ਸਰਦਾਰ ਸਿਕੰਦਰ ਸਿੰਘ ਜੀ ਮਲੂਕਾ ਸਾਡੇ ਸੀਨੀਅਰ ਅਕਾਲੀ ਆਗੂ, ਤੇ ਹੋਰ ਸਾਡੇ ਸਾਰੇ ਸਰਕਲ ਜਥੇਦਾਰ ਚੇਚੇ ਤੌਰ ਤੇ ਅੱਜ ਸਾਰੇ ਸ਼ਾਮਲ ਹੋਏ। ਇਹ ਮੈਂ ਸਮਝਦਾ ਖਾਲਸਾਈ ਪੁਰਾਤਨ ਸਮੇਂ ਦੇ ਵਿੱਚ ਇਵੇਂ ਹੀ ਚੱਲਦਾ ਸੀ ਕਿ ਖਾਲਸਾਈ ਸਕੂਲਾਂ ਕਾਲਜਾਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਸੁਸ਼ੋਭਿਤ ਹੁੰਦੇ ਸੀ। ਆਪ ਸਵੇਰੇ 5 ਪੌੜੀਆਂ ਦਾ ਪਾਠ ਕਰਕੇ ਅਰਦਾਸ ਕਰਕੇ ਫਿਰ ਕਲਾਸਾਂ ਨੂੰ ਜਾਂਦੇ ਸੀ। ਪਰ ਇਹਨੇ ਅੱਜ ਚੰਗੀ ਸ਼ੁਰੂਆਤ ਕੀਤੀ ਆ, ਔਰ ਮੈਨੂੰ ਅਤਿਅੰਤ ਪ੍ਰਸੰਨਤਾ ਵੀ ਆ ਕਿ ਪਿਛਲੇ ਸਾਲ ਆਪਾਂ ਇਹ ਇੱਕ ਸਕੀਮ ਸ਼ੁਰੂ ਕੀਤੀ ਸੀ। ਉਸ ਸਕੀਮ ਤਹਿਤ 200 ਬੱਚੇ ਜਿਨ੍ਹਾਂ ਨੂੰ ਫਰੀ ਐਜੂਕੇਸ਼ਨ, ਫਰੀ ਲੌਜਿੰਗ, ਬੋਰਡਿੰਗ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਸੀ। ਉਹਦੇ ਵਿੱਚ ਸਾਡੇ ਕੋਲ 171 ਬੱਚੇ ਜਿਹੜੇ ਬੀਬੀਆਂ ਉਹ ਅੱਜ ਇੱਥੇ ਐਜੂਕੇਸ਼ਨ ਲੈ ਰਹੀਆਂ। ਜਿੱਥੇ ਐਜੂਕੇਸ਼ਨ ਲੈ ਰਹੀਆਂ ਉੱਥੇ ਨਾਲ ਦੀ ਨਾਲ ਚਾਹੇ ਗੱਤਕੇ ਦੀ ਮਹਾਰਤ, ਚਾਹੇ ਤਾਂਤੀ ਰਾਗਾਂ ਦੇ ਵਿੱਚ ਸਾਜ਼ਾਂ 'ਚ ਕੀਰਤਨ ਕਰਨਾ, ਚਾਹੇ ਢੱਡਾਂ ਦੇ ਉੱਤੇ ਢਾਡੀ ਵਾਰਾਂ ਗਾਉਣੀਆਂ, ਉਹ ਮੈਂ ਸਮਝਦਾ ਇੱਕ ਵੱਡੀ ਉਪਲਬਧੀ ਜਿਹੜੀ ਇਸ ਕਾਲਜ ਦੀ ਆ। ਉਹ ਮੈਂ ਮੁਬਾਰਕਬਾਦ ਦਿੰਦਾ ਪ੍ਰਿੰਸੀਪਲ ਸਾਹਿਬ ਨੂੰ। ਔਰ ਇਸੇ ਤਰਜ਼ ਤੇ ਅਸੀਂ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਉਸ ਪਵਿੱਤਰ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਿੱਚ ਵੀ ਅਸੀਂ ਯਤਨ ਕੀਤਾ ਪਿਆ ਇਸ ਸਾਲ 'ਚੋਂ 200 ਬੱਚੀਆਂ ਜਿਹੜੀਆਂ ਉਹਨਾਂ ਨੂੰ ਇਸੇ ਤਰਜ਼ ਤੇ ਫਰੀ ਐਜੂਕੇਸ਼ਨ ਦਿੱਤੀ ਜਾਊਗੀ, ਪਰ ਸ਼ਰਤ ਕਿ ਅੰਮ੍ਰਿਤਧਾਰੀ ਹੋਣ। ਇੱਥੇ ਵੀ ਤਕਰੀਬਨ ਹੁਣ ਸਾਡੇ 80 ਹੋਰ ਜਿਹੜੀਆਂ ਬੱਚੀਆਂ, ਤਕਰੀਬਨ 250 ਬੱਚੇ ਜਿਹੜੇ ਆ ਉਹ ਇੱਥੇ ਆ ਕੇ ਇਹ ਸਿੱਖਿਆ ਪ੍ਰਾਪਤ ਕਰਨਗੇ। ਔਰ ਦੂਸਰਾ ਜਿਹੜਾ ਮੈਂ ਸਮਝਦਾ ਕਿ ਜੰਮੂ ਕਸ਼ਮੀਰ ਦੇ ਵਿੱਚ ਬੱਚੀਆਂ
ਉਹ ਸਾਡੀਆਂ ਸਿੱਖਿਆ ਤੋਂ ਸੱਖਣੀਆਂ ਰਹਿ ਜਾਂਦੀਆਂ ਸੀ, ਕਿਉਂਕਿ ਉੱਥੇ ਪ੍ਰਬੰਧ ਦੇ ਵਿੱਚ ਬਹੁਤ ਵੱਡੀਆਂ ਢਲਿਆਈਆਂ ਆ। ਮੈਂ ਉਧਰ ਨੂੰ ਨਹੀਂ ਜਾਣਾ ਚਾਹੁੰਦਾ। ਪਹਿਲਾਂ ਸਾਡੇ ਕੋਲ ਇੰਜੀਨੀਅਰਿੰਗ ਕਾਲਜ ਵਿੱਚ ਵੀ ਬੱਚੇ ਬਹੁਤ ਪੜ੍ਹ ਕੇ ਗਏ, ਬੀਟੈਕ ਕਰਕੇ ਗਏ, ਐਮਟੈਕ ਕਰਕੇ ਗਏ, ਤੇ ਹੁਣ ਇੱਥੇ ਵੀ ਜ਼ਿਆਦਾ ਤਾਦਾਦ ਜਿਹੜੀ ਉਹਨਾਂ ਬੱਚਿਆਂ ਦੀ ਆ, ਤੇ ਅਸੀਂ ਅੱਗੇ ਵੀ ਜਿਹੜੇ 200 ਬੱਚੇ ਭਰਤੀ ਕਰਨੇ ਆ ਉਹਨਾਂ ਦੇ ਵਿੱਚ ਵੀ ਇਸ ਜੰਮੂ ਕਸ਼ਮੀਰ ਦਾ ਤੇ ਬਾਹਰਲੀਆਂ ਸਟੇਟਾਂ ਤੋਂ ਵੀ ਜਾਂ ਇੱਥੇ ਦੇ ਵੀ ਬੱਚੇ ਆ, ਉਹਨਾਂ ਨੂੰ ਅਸੀਂ ਪ੍ਰੋਤਸਾਹਿਤ ਕਰਦੇ ਹਾਂ। ਦੂਸਰਾ ਇੱਕ ਬਹੁਤ ਵੱਡਾ ਲੰਬੇ ਸਮੇਂ ਦਾ ਜਿਹੜਾ ਸਾਡਾ ਕਾਰਜ ਇੱਕ ਸਿੱਖ ਪੰਥ ਨਾਲ ਸੰਬੰਧਿਤ ਆ ਕਿ ਸਾਡੇ ਜੁਝਾਰੂ ਸਿੱਖ ਵੀਰ ਤਕਰੀਬਨ ਕੋਈ 35 ਸਾਲ, 30 ਸਾਲ, 25 ਸਾਲ ਹੋ ਗਏ, 27 ਸਾਲ ਹੋ ਗਏ, ਔਰ ਉਹਨਾਂ ਦੀ ਜਿਹੜੀ ਰਿਹਾਈ 550ਵਾਂ ਸਤਿਗੁਰੂ ਜੀ ਦਾ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਪ੍ਰਕਾਸ਼ ਦਿਹਾੜੇ ਤੇ ਸੈਂਟਰ ਦੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਅਸੀਂ ਰਿਲੈਕਸੇਸ਼ਨ ਦੇ ਕੇ ਇਹਨਾਂ ਨੂੰ ਰਿਹਾ ਕਰਾਂਗੇ। ਮੈਂ ਸੈਂਟਰ ਦੀ ਸਰਕਾਰ ਤੋਂ ਮੰਗ ਕਰਦਾ ਕਿ ਭਾਈ ਬਲਵੀਰ ਸਿੰਘ, ਭਾਈ ਰਾਜੋਆਣਾ ਸਾਹਿਬ, ਉਹਨਾਂ ਦੇ ਨਾਲ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ, ਹਵਾਰਾ ਸਾਹਿਬ, ਹੋਰ ਵੀ ਅਨੇਕਾਂ ਹੀ ਬਹੁਤ ਸਾਰੇ ਜਿਹੜੇ ਸਿੱਖ ਆ ਉਹ ਜੇਲ੍ਹਾਂ ਦੇ ਵਿੱਚ ਬੈਠੇ ਆ, ਉਹਨਾਂ ਨੂੰ ਸੈਂਟਰ ਦੀ ਸਰਕਾਰ ਤੁਰੰਤ ਰਿਹਾ ਕਰੇ। ਤੇ ਮੈਂ ਇੱਕ ਚੇਚੇ ਤੌਰ ਦੇ ਉੱਤੇ ਦਿੱਲੀ ਸਰਕਾਰ ਨੂੰ ਵੀ ਕੋਸਦਾ ਕਿ ਜੇ ਸਰਕਾਰ ਨੇ ਮਖੌਟਾ ਤਾਂ ਪੰਜਾਬ ਦੀ ਧਰਤੀ ਤੇ ਆ ਕੇ ਸਿੱਖੀ ਦਾ ਧਾਰਨ ਕੀਤਾ ਸੀ, ਪਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ 3 ਵਾਰੀ ਜਿਹੜੀ ਰਿਹਾਈ ਉੱਥੋਂ ਰੱਦ ਹੋ ਚੁੱਕੀ ਆ, ਤੇ ਜਿਹੜੀਆਂ ਉਹਨੇ ਪਰੋਲਾਂ ਦਿੱਤੀਆਂ, ਉਹ ਪਰੋਲਾਂ ਦਿੱਤੀਆਂ ਜਿਹਨੂੰ ਆਪਾਂ ਕਹਿ ਦਿੰਦੇ ਉੱਥੇ ਕਤਲੇਆਮ ਦਾ ਜਿਹੜਾ ਕਾਤਲ ਸੀਗਾ ਕਿਸ਼ੋਰੀ ਲਾਲ, ਉਹਨੂੰ ਆਪਾਂ 14 ਵਾਰੀ ਪਰੋਲ ਦੇ ਚੁੱਕੇ ਹਾਂ। ਸੋ ਮੈਂ ਉਹ ਸਰਕਾਰ ਨੂੰ ਵੀ ਕੋਸਦਾ ਜਿਹੜੀ ਉਸ ਇਨੋਸੈਂਟ ਜਿਹੜਾ ਮਾਨਸਿਕ ਤੌਰ ਤੇ ਥੋੜ੍ਹਾ ਢਿੱਲਾ ਵੀ ਆ, ਉਹਨਾਂ ਦੀ ਰਿਹਾਈ ਦਾ ਹੁਕਮ ਹੋਇਆ ਸੀ ਪਰ ਅੱਜ ਤੱਕ ਰਿਹਾਈ ਨਹੀਂ ਹੋ ਸਕੀ। ਸੋ ਸੈਂਟਰ ਸਰਕਾਰ ਤੋਂ ਇਹ ਮੰਗ ਕਰਦਾ, ਹੁਣ ਵਿਸਾਖੀ ਦਾ ਦਿਹਾੜਾ ਆ ਰਿਹਾ, ਖਾਲਸੇ ਨੂੰ ਪ੍ਰਗਟ ਕਰਨ ਦਾ ਇਹ ਦਿਹਾੜਾ ਆ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਤਖਤ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਦੱਬਿਆਂ ਕੁਚਲਿਆਂ ਨੂੰ, ਜੀ ਊਚ ਨੀਚ ਨੂੰ, ਸਾਰੀ ਜਾਤ ਪਾਤ ਨੂੰ ਖਤਮ ਕਰਕੇ ਇੱਕ ਲੜੀ 'ਚ ਪਰੋਇਆ ਸੀ। ਸੋ ਮੰਗ ਕਰਦਾ ਵੀ ਇਸ ਖਾਲਸੇ ਦੇ ਇਸ ਪ੍ਰਗਟ ਦਿਹਾੜੇ ਦੇ ਉੱਤੇ ਇਹਨਾਂ ਨੂੰ ਵੀ ਸਾਰਿਆਂ ਨੂੰ ਰਿਹਾ ਕੀਤਾ ਜਾਵੇ। ਦੂਸਰੀ, ਕਿਉਂਕਿ ਕਈ ਵਾਰੀ ਚਰਚਾ ਬਹੁਤ ਚੱਲ ਜਾਂਦੀਆਂ, ਇੱਕ ਨਵਾਂ ਹੁਣ ਕਿਉਂਕਿ ਬੜੇ ਲੰਮੇ ਸਮੇਂ ਤੋਂ ਇੱਕ ਆਦੇਸ਼ ਹੋਇਆ ਸਾਨੂੰ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਇੱਕ ਚੈਨਲ ਚਲਾਵੇ। ਸੋ ਉਹਦੇ ਵਿੱਚ ਚੈਨਲ ਦੇ ਵਿੱਚ ਅਸੀਂ ਅੱਜ 7 ਮੈਂਬਰੀ ਇੱਕ ਕਮੇਟੀ ਬਣਾਤੀ ਆ, ਜਿਹੜੀ 3 ਮਹੀਨਿਆਂ ਦੇ ਵਿੱਚ ਇਹ ਰਿਪੋਰਟ ਕਰੂਗੀ ਸਾਰੀ ਕਿ ਉਹਨੂੰ ਵੈਬਸਾਈਟ ਚੈਨਲ ਚਲਾਉਣਾ ਜਾਂ ਉਹਨੂੰ ਪੂਰਾ ਚੈਨਲ ਚਲਾਉਣਾ। ਉਹ ਸਾਰੀਆਂ ਵੱਖ-ਵੱਖ ਜਿਹੜੇ ਸਾਡੇ ਐਕਸਪਰਟ ਆ ਉਹਨਾਂ ਕੋਲੋਂ ਵੀ ਵਿਚਾਰਤ ਲੈਣਗੇ, ਫਿਰ ਉਹਦੇ ਮੁਤਾਬਕ ਅਸੀਂ ਜਿਹੜਾ ਗਾਹਾਂ ਫਿਰ ਐਗਜੈਕਟਿਵ ਦੇ ਵਿੱਚ ਬੈਠ ਕੇ ਫੈਸਲਾ ਲਵਾਂਗੇ। ਸੋ ਗੁਰੂ ਸਾਹਿਬ ਕਿਰਪਾ ਕਰਨ, ਮੈਂ ਜਿੱਥੇ ਅੱਜ ਉਹ ਮੈਂ ਤੁਹਾਨੂੰ ਦੱਸ ਦੂੰਗਾ, ਕਿਉਂਕਿ 7 ਮੈਂਬਰ ਆ ਉਹਦੇ, ਮੈਂ ਤੁਹਾਨੂੰ ਤਫਸੀਲ ਦੱਸ ਦੂੰਗਾ। ਉਹ ਫਿਰ 7 ਮੈਂਬਰ ਜਿਹੜੇ ਉਹ ਬੈਠ ਕੇ ਆਪੋ ਵਿੱਚ ਹੀ ਬਾਕੀਆਂ ਦੇ ਵੀ ਜਿਹੜੇ ਉਹ ਇਸੇ ਕਾਰਜ ਵਾਲੇ ਆ, ਜਿਹੜੇ ਪੁਰਾਣੇ ਸਾਡੇ ਸੀਨੀਅਰ ਮੈਂਬਰ ਆ ਉਹ ਹੀ ਪਾਏ ਆ, ਕੁਛ ਐਗਜੈਕਟਿਵ ਦੇ ਮੈਂਬਰ ਪਾਏ ਆ, ਕੁਛ ਅਹੁਦੇਦਾਰ ਵੀ ਪਾਏ ਆ। ਪ੍ਰਧਾਨ ਜੀ, ਇੱਕ ਪੀਟੀਸੀ ਦੇ ਜਿਹੜੇ ਮੇਨ ਨੇ ਉਹਨਾਂ ਨੇ ਕਿਹਾ ਵੀ ਜੇ ਪੀਟੀਸੀ ਦੇ ਕੋਈ ਦੋਸ਼ ਲੱਗਦੇ ਆ ਤਾਂ ਉਹ ਲੱਖ ਰੁਪਈਆ ਦੇਣਗੇ। ਕੋਈ ਅਜੇ ਤੱਕ ਪੀਟੀਸੀ ਦੇ ਕੋਈ ਦੋਸ਼ ਵੀ ਨਹੀਂ ਲੱਗੇ ਇਸ ਤਰ੍ਹਾਂ ਦੇ ਕੋਈ? ਦੇਖੋ, ਪੀਟੀਸੀ ਤੇ ਦੋਸ਼ ਲੱਗੇ, ਪਰ ਉਹਨੇ ਹੁਣ ਆਪਣੇ ਤੁਹਾਡੇ ਸਾਹਮਣੇ ਮੀਡੀਅਮ ਦੇ ਪਿੱਛੇ ਕਿਹਾ ਵੀ ਭਾਈ ਦੱਸੋ ਤੁਸੀਂ ਇਹਨਾਂ ਦਾ ਸਾਡੇ ਨਾਲ ਤਾਲੁਕਾਤ ਕੀ ਆ। ਸੋ ਇਸ ਕਰਕੇ ਇਹ ਤਾਂ ਹੁਣ ਪੀਟੀਸੀ ਵਾਲਿਆਂ ਨੇ ਆਪ ਹੀ ਇਨਾਮ ਡਿਕਲੇਅਰ ਕਰ ਦਿੱਤਾ ਵੀ ਜਿਹੜਾ ਕੋਈ ਹੈਗਾ ਇਹਦੇ ਬਾਬਤੋਂ ਜਿਹੜੀ ਇੱਕ ਬੀਬੀ ਆ ਜਿਹਨੇ ਬੇਲ ਪਾਈ ਆਪਣੀ, ਤੇ ਉਹਦੇ ਬਾਰੇ ਦੱਸਣ ਤਾਂ ਅਸੀਂ ਲੱਖ ਰੁਪਈਆ ਜੇ ਇਹਨਾਂ ਲਿੰਕ ਸਾਡੇ ਸਾਬਤ ਹੋ ਜਾਣ ਤੇ ਦਿਆਂਗੇ। ਸੋ ਬਹੁਤ ਧੰਨਵਾਦ ਕਰਦਾ ਆਪਣੇ ਸਾਰੇ ਸਤਿਕਾਰਤ ਸਾਡੇ ਮੈਂਬਰ ਸਾਹਿਬਾਨਾਂ ਦਾ, ਧਰਮ ਪ੍ਰਚਾਰ ਦੇ ਮੈਂਬਰ ਸਾਹਿਬਾਨਾਂ ਦਾ ਤੇ ਮਲੂਕਾ ਸਾਹਿਬ ਦਾ, ਤੇ ਬਾਕੀ ਜਿੰਨੇ ਵੀ ਵੱਖ-ਵੱਖ ਜਥੇਬੰਦੀਆਂ ਤੋਂ ਆਏ, ਤੇ ਖਾਸ ਕਰਕੇ ਇੱਥੋਂ ਦੇ ਸਟਾਫ ਤੇ ਪ੍ਰਿੰਸੀਪਲ ਨੂੰ ਤੇ ਬੱਚਿਆਂ ਨੂੰ ਵਧਾਈ ਦਿੰਦਾ, ਉਹਨਾਂ ਦੇ ਉਜਲ ਭਵਿੱਖ ਦੀ ਵੀ ਕਾਮਨਾ ਕਰਦਾ। ਇਹ ਵੀ ਆਸ ਰੱਖਦਾ ਇਹ ਚੰਗੀਆਂ ਬੱਚੀਆਂ ਜਿਹੜੀਆਂ ਚੰਗੀਆਂ ਧੀਆਂ ਦੇ ਰੂਪ ਵਿੱਚ, ਚੰਗੀਆਂ ਮਾਵਾਂ ਦੇ ਰੂਪ ਦੇ ਵਿੱਚ ਇਸ ਸਮਾਜ ਦੇ ਵਿੱਚ ਆਪਣਾ ਜਿਹੜਾ ਆ ਉਹ ਯੋਗਦਾਨ ਪਾਉਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।